गुड मॉर्निंग बेटा। बेटा आज ਅਸੀਂ ਲੇਖ ਕਰਾਂਗੇ ਮਾਤ ਭਾਸ਼ਾ ਪੰਜਾਬੀ। ਕੱਲ ਅਸੀਂ ਬੇਟਾ ਕਵਿਤਾ ਕੀਤੀ ਸੀ ਮੈਂ ਪੰਜਾਬੀ, ਜੋ ਕਿ ਫਿਰੋਜ਼ਦੀਨ ਸ਼ਬਦ ਲਿਖੇ ਸੀ। ਉਹਦੇ ਕੁਐਸਚਨਸ ਤੇ ਕਵਿਤਾ ਚ ਤਾਂ ਸਮਝ ਲਈ ਸੀ। ਉਹਦੇ ਨਾਲ ਹੀ ਰਿਲੇਟਡ ਹੈ ਮਾਤ ਭਾਸ਼ਾ ਪੰਜਾਬੀ ਲੇਖ। ਠੀਕ ਹੈ, ਕਵਿਤਾ ਵਿੱਚ ਆਪਾਂ ਕੀ ਪੜਿਆ? ਮੈਂ ਪੰਜਾਬੀ ਕਵਿਤਾ ਦੇ ਵਿੱਚ ਫਿਰੋਜ਼ਦੀਨ ਸ਼ਰਫ ਨੇ ਪੰਜਾਬੀ ਭਾਸ਼ਾ ਦੀ, ਪੰਜਾਬੀ ਸੱਭਿਆਚਾਰ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਹੈ ਤੇ ਉਹ ਪੰਜਾਬੀ ਮਾਂ ਬੋਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਉਹਨੂੰ ਸਤਿਕਾਰ ਦਿੰਦਾ ਹੈ। ਉਹ ਕਹਿੰਦਾ ਕਿ ਚਾਹੇ ਮੈਂ ਬਾਕੀ ਭਾਸ਼ਾਵਾਂ ਕਿ ਉਰਦੂ, ਇੰਗਲਿਸ਼, ਫਾਰਸੀ ਜਾਣਦਾ ਹੈ, ਪਰ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਸਤਿਕਾਰ ਕਰਦਾ ਹੈ। ਕਿਉਂ ਸਤਿਕਾਰ ਕਰਦਾ ਹੈ? ਕਿਉਂਕਿ ਪੰਜਾਬੀ ਕੀ ਹੈ? ਸਾਡੀ ਮਾਤ ਭਾਸ਼ਾ ਹੈ। ਠੀਕ ਹੈ, ਮਾਤ ਭਾਸ਼ਾ ਕਿਹੜੀ ਹੁੰਦੀ ਹੈ? ਜੋ ਅਸੀਂ ਬਚਪਨ ਤੋਂ ਹੀ ਆਪਣੀ ਮਾਂ ਕੋਲੋਂ ਸਿੱਖਦੇ ਆਏ ਹਾਂ, ਸੁਣਦੇ ਆਏ ਹਾਂ। ਠੀਕ ਹੈ, ਮਾਂ ਬੋਲੀ ਉਹ ਹੁੰਦੀ ਜਿਹਦੇ ਵਿੱਚ ਬੇਟਾ ਆਪਣੇ ਹਾਵ ਭਾਵ, ਆਪਣੀਆਂ ਫੀਲਿੰਗਸ ਦੂਸਰਿਆਂ ਤੱਕ ਅਸੀਂ ਸ਼ੇਅਰ ਕਰ ਸਕਦੇ ਹਾਂ। ਠੀਕ ਹੈ, ਕਿਸੇ ਦੂਸਰੀ ਭਾਸ਼ਾ ਵਿੱਚ ਅਸੀਂ ਆਪਣੀ ਫੀਲਿੰਗ, ਅਸੀਂ ਆਪਣੇ ਹਾਵ ਭਾਵ ਉਨੇ ਵਧੀਆ ਤਰੀਕੇ ਨਾਲ ਸ਼ੇਅਰ ਨਹੀਂ ਕਰ ਸਕਦੇ ਜਿੰਨੇ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੀ ਮਾਤ ਬੋਲੀ ਪੰਜਾਬੀ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਇਲਾਵਾ ਵਿਦਿਆ ਪ੍ਰਾਪਤੀ ਦਾ ਸਾਧਨ ਵੀ ਹੈ। ਕਿਸ ਤਰ੍ਹਾਂ ਵਿਦਿਆ ਪ੍ਰਾਪਤੀ ਦਾ ਸਾਧਨ ਹੈ ਮਾਤ ਭਾਸ਼ਾ? बेटा जे ਤੁਹਾਨੂੰ ਕੋਈ ਵੀ ਗੱਲ ਨਹੀਂ ਸਮਝ ਆਉਂਦੀ, ਚਾਹੇ ਇੰਗਲਿਸ਼ ਹੈ, ਚਾਹੇ बेटा ਸਾਇੰਸ ਹੈ, ਐਸਐਸਟੀ ਹੈ, ਮੈਥ ਹੈ, ਜੇ ਤੁਹਾਨੂੰ ਕੋਈ ਵੀ ਚੀਜ਼ ਨਹੀਂ ਸਮਝਦੀ, ਜੇ ਤੁਹਾਡਾ ਅਧਿਆਪਕ ਟੀਚਰ ਉਹੀ ਗੱਲ ਮਾਤ ਬੋਲੀ ਪੰਜਾਬੀ ਦੇ ਵਿੱਚ ਸਮਝਾਉਂਦਾ, ਤੁਹਾਨੂੰ ਅੱਛੀ ਤਰੀਕੇ ਨਾਲ ਉਹ ਚੀਜ਼ ਸਮਝ ਆ ਜਾਂਦੀ ਹੈ। ਠੀਕ ਹੈ, ਇਸ ਲਈ ਜਿਹੜੀ ਮਾਤ ਭਾਸ਼ਾ ਇੱਕ ਵਿਦਿਆ ਪ੍ਰਾਪਤੀ ਦਾ ਕੀ ਹੈ? ਸਾਧਨ ਹੈ। ਇਹ ਪੁਆਇੰਟ ਅਸੀਂ ਡਿਸਕਸ ਕਰਾਂਗੇ ਜਦੋਂ ਲੇਖ ਕਰਾਂਗੇ ਇਹ ਪੁਆਇੰਟ। दूसरा की है एक संचार का साधन है, कम्युनिकेशन का साधन है मात भाषा पंजाबी। ठीक है, ਆਪਾਂ ਕਿਸੇ ਦੂਸਰੇ ਦੇ ਵਿਚਾਰ ਨੂੰ ਸਮਝਣਾ ਹੋਵੇ ਜਾਂ ਆਪਣੇ ਵਿਚਾਰ ਦੂਸਰੇ ਤੱਕ ਪਹੁੰਚਾਣੇ ਹੋਣ, ਉਹ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਅੱਛੇ ਤਰੀਕੇ ਨਾਲ ਉਹਨੂੰ ਸਮਝਾ ਸਕਦੇ ਹਾਂ ਤੇ ਦੂਸਰੇ ਦੇ ਵਿਚਾਰ ਅੱਛੇ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਉਹ ਕੀ ਕਹਿ ਰਿਹਾ ਹੈ, ਕੀ ਕਹਿਣਾ ਚਾਹੁੰਦਾ ਹੈ। ਕਲੀਅਰ ਹੈ? ਸੰਚਾਰ ਦਾ ਸਾਧਨ ਹੈ। ਅਸੀਂ ਆਪਣੇ ਹਾਵ ਭਾਵ ਦੂਸਰਿਆਂ ਤੱਕ ਕਿਸ ਤਰ੍ਹਾਂ ਪਹੁੰਚਾ ਸਕਦੇ ਹਾਂ? ਪੰਜਾਬੀ ਦੇ ਵਿੱਚ ਹੀ। विद्या प्राप्ति का एक साधन है। नेक्स्ट पॉइंट आप करांगे बेटा फिर अज की स्थिति। अज की स्थिति पंजाबी बोली की स्थिति बड़े अफसोस की गल है, जिवें काफी सारे कवियां ने कल असीं कविता पढ़ी, फिरोजदीन शर्फ ने भी कहा कि अजकल के नौजवान पंजाबी भाषा बोलने में शर्म महसूस करते हैं, संकोच करते हैं। ठीक है, बहुत सारे कवियां ने, भाई वीर सिंह, बुल्ले शाह, बहुत सारे कवियां ने पंजाबी भाषा दे विच ही रचनावां लिखियां, ਸਾਹਿਤ ਰਚਿਆ ਤੇ ਪ੍ਰਸਿੱਧੀ ਹਾਸਲ ਕੀਤੀ, ਪਰ ਅੱਜ ਕੱਲ ਜਿਹੜਾ ਕਿ ਇਸ ਦਾ ਬਹੁਤ ਘੱਟ ਸਤਿਕਾਰ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਬੋਲੀ ਬੇਟਾ ਬੜੀ ਮਿੱਠੀ ਤੇ ਬੜੀ ਪਿਆਰੀ ਬੋਲੀ ਹੈ। ਮਾਂ ਆਪਣੇ ਬੱਚੇ ਨੂੰ ਜਦੋਂ ਲੋਰੀਆਂ ਸੁਣਾਉਂਦੀ ਹੈ, ਖਿਡਾਉਂਦੀ ਹੈ ਤੇ ਮਾਂ ਬੋਲੀ ਦੇ ਵਿੱਚ ਹੀ ਸੁਣਾਉਂਦੀ ਹੈ। ਇਹ ਇਸ ਭਾਸ਼ਾ ਦੇ ਵਿੱਚ ਗੁਰੂਆਂ ਨੇ ਗੁਰਬਾਣੀ ਦੀ ਰਚਨਾ ਕੀਤੀ, ਇਹਨਾਂ ਨੂੰ ਗੁਰੂਆਂ ਦੀ ਬੋਲੀ ਵੀ ਕਿਹਾ ਜਾਂਦਾ ਹੈ। ਇਸ ਲਈ ਸਾਨੂੰ ਇਸ ਭਾਸ਼ਾ ਦਾ ਕੀ ਕਰਨਾ ਜਿਹੜਾ ਸਤਿਕਾਰ ਕਰਨਾ ਚਾਹੀਦਾ ਹੈ। ਕਲੀਅਰ बेटा? ਹੁਣ ਅਸੀਂ ਮਾਤ ਭਾਸ਼ਾ ਦੇ ਪੁਆਇੰਟ ਡਿਸਕਸ ਕਰਾਂਗੇ। ਫਸਟ ਪਹਿਲਾ बेटा ਕੋਟੇਸ਼ਨ ਲਿਖੋ, ਨੋਟ ਕਰੋ बेटा ਨਾਲ ਨਾਲ ਆਪਣੀ ਨੋਟਬੁੱਕ ਤੇ, ਬਾਅਦ ਚ ਸੁਣਨੀ ਵੀ ਹੈ बेटा ਕੋਟੇਸ਼ਨ। ਲੇਖ ਮਾਤ ਭਾਸ਼ਾ ਪੰਜਾਬੀ। ਫਸਟ ਕੁਐਸਚਨ ਲਿਖੋ, ਮਾਂ ਬੋਲੀ ਥੋੜੀ ਮਿੱਠੀ ਥੋੜੀ ਖਰਬੀ, ਲਫ਼ਜ਼ਾਂ ਚੋਂ ਰਸ ਜਹੀ ਚੋਵੇ, मेरी मां बोली पंजाबी हर लहजे नू दिल भी समोवे। की मीनिंग है? मां बोली थोड़ी मिठी थोड़ी खरवी। कवि कह रहे कि मेरी कवि कह रहे कि मां बोली पंजाबी है वो बड़ी मिठी है, बड़ी प्यारी है, ठीक है ना, थोड़ी खरवी भी है। लफ्जां चो जे लफ्ज है, मां बोली दे लफ्ज है, वर्ड है जेडे मां बोली दे, लफ्जां चो रस्ते चोवे, ऐसा लगता है कि उस मिठास चो रही होवे। भाव की मां बोली पंजाबी के वर्ड इन्ने ज्यादा मिठे हैं। मेरी मां बोली पंजाबी, कवि कह रहे कि मेरी मां बोली की है पंजाबी है, हर लहजे नू दिल विच समोवे। भाव की हर चीज नू साडी दी मां, हर लहजे नू दिल विच समोवे, मात भाषा साडी दिल नू जिहड़ी की है दिल विच समा जांदी है। भाव की जे कोई गल मात भाषा पंजाबी विच कवे तो ओदी गल साडे दिल नू लग जांदी है, अच्छी तरह सानू समझ आउंदी है। क्लियर है कोटेशन? नेक्स्ट ऑन फर्स्ट पॉइंट लिखो, जान पछाण। इंट्रोडक्शन, कोई भी लेख आ जाए बेटा तुसी पहला जान पछाण लिखनी ही लिखनी है। जान पछाण की लिखोगे?
पंजाबी या बेटा भाषा मनुख लई मात भाषा का बहुत ज्यादा महत्व हुंदा है। मनुख लई मात भाषा का बहुत ज्यादा की हुंदा है महत्व हुंदा है। क्यों ज्यादा महत्व हुंदा है? क्योंकि जिहड़े असी अपने विचार है, असी अपने जिहड़े हाव भाव है, अपने विचार अपने हाव भाव ਨੂੰ पंजाबी भाषा ਦੇ ਵਿੱਚ अच्छी तरह बयान कर सकते हैं, अपनी मात भाषा ਵਿੱਚ अच्छी तरह बयान कर सकते हैं। जे कोई बंगाल च रहिंदा है, ਉਹਦੀ पंजाबी भाषा की होएगी बंगाली होएगी, गुजरात ਵਿੱਚ ਰਹਿੰਦਾ ਤਾਂ गुजराती होएगी। भाव कि जिथे ਅਸੀਂ रहने आ, जिस प्रांत ਦੇ ਵਿੱਚ ਅਸੀਂ रहने आ, उस प्रांत की सानू मात भाषा जिहड़ी की है, उस प्रांत की मात भाषा का सत्कार करना चाहिए है। जान पहचान की लिखोगे मनुख लई मात भाषा का बहुत ज्यादा महत्व है। मात भाषा की है, साडी मात भाषा केड़ी है? पंजाबी है। ठीक है, जेडे लोग पंजाब में रहंदे हां जां साडी मात भाषा केड़ी है? पंजाबी है। ये बोली बड़ी मिठी, ये बोली बड़ी मिठी ते प्यारी है। बचपन विच बच्चा अपनी मां कोलों ये भाषा सीखता है। मां अपने बच्चे नू मात भाषा विच ही या मात भाषा पंजाबी दे विच ही लोरियां दे के खिडाउंदी है। ये गुरुआं दी भाषा हुई है। ये मनुख लई मात भाषा का बहुत ज्यादा महत्व है। साडी मात भाषा केड़ी है? पंजाबी है। ये भाषा बड़ी मिठी ते प्यारी है। बचपन विच बच्चा मात भाषा दी पंजाबी अपनी मां दे कोलों ही सीखदा है। मां बच्चे नू मात भाषा विच ही लोरियां दे के खिडांदी है ते इस नू गुरुआं दी भाषा भी कहा जांदा है। क्लियर है बेटा? फर्स्ट जान पहचान वाला पॉइंट क्लियर है। नेक्स्ट सेकंड पॉइंट, संचार दा साधन। संचार दा साधन, संचार मतलब कम्युनिकेशन। संचार का की मीनिंग है? कम्युनिकेशन। ठीक है, मात भाषा की है पंजाबी ਜਿਹੜੀ ਸੰਚਾਰ ਦਾ ਸਾਧਨ ਹੈ। ਭਾਵ ਕਿ ਇਸ ਭਾਸ਼ਾ ਦੇ ਵਿੱਚ ਜੇ ਅਸੀਂ ਦੂਸਰੇ ਨੂੰ, ਠੀਕ ਹੈ, ਜੇ ਅਸੀਂ ਆਪਣੀ ਕੋਈ ਗੱਲ ਦੂਸਰੇ ਨੂੰ ਪਹੁੰਚਾਣੀ ਹੋਵੇ ਜਾਂ ਦੂਸਰੇ ਦੀ ਕੋਈ ਗੱਲ ਸਮਝਣੀ ਹੋਵੇ, ਠੀਕ ਹੈ, ਕਮਿਊਨੀਕੇਸ਼ਨ ਆਦਾਨ ਪ੍ਰਦਾਨ, ਕਿ ਜੇ ਅਸੀਂ ਕਿਸੇ ਦੂਸਰੇ ਦੀ ਗੱਲ ਸਮਝਣੀ ਹੋਵੇ ਦੂਸਰਾ ਕੀ ਕਹਿ ਰਿਹਾ ਹੈ, ਜੇ ਦੂਸਰਾ ਇਨਸਾਨ ਉਹੀ ਗੱਲ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਕਹੇਗਾ, ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਆ, ਸਾਡੀ ਪੰਜਾਬੀ ਹੈ, ਜੇ ਕੋਈ ਦੂਸਰਾ ਉਹੀ ਗੱਲ ਪੰਜਾਬੀ ਵਿੱਚ ਕਹੇਗਾ ਤਾਂ ਸਾਨੂੰ ਅੱਛੀ ਤਰ੍ਹਾਂ ਸਮਝ ਆ ਜਾਏਗੀ। ਪਰ ਜੇ ਉਹੀ ਗੱਲ ਉਹ ਕੋਈ दूसरी भाषा ਦੇ ਵਿੱਚ ਕਹੇਗਾ, ਠੀਕ ਹੈ, ਸਾਨੂੰ ਅੱਛੀ ਤਰ੍ਹਾਂ ਸਮਝ ਨਹੀਂ ਆਏਗੀ ਉਹ ਕੀ ਕਹਿ ਰਿਹਾ ਹੈ। ਤੇ ਇਸੇ ਤਰ੍ਹਾਂ ਜੇ ਅਸੀਂ ਆਪਣੀ ਗੱਲ ਦੂਸਰੇ ਨੂੰ ਸਮਝਾਣੀ ਹੋਵੇ, ਚਾਹੇ ਆਪਣੀ ਮਾਂ ਨੂੰ, ਆਪਣੇ ਦੋਸਤ ਨੂੰ, ਕਿਸੇ ਨੂੰ ਵੀ ਆਪਣੀ ਗੱਲ ਨੂੰ ਸਮਝਾਉਣਾ ਹੋਵੇ ਤਾਂ ਅਸੀਂ ਉਹ ਗੱਲ ਜਿਹੜੀ ਕਿ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਅੱਛੀ ਤਰ੍ਹਾਂ ਸਮਝਾ ਸਕਦੇ ਹਨ। ਭਾਵ ਕਿ ਜਿਹੜੀ ਭਾਸ਼ਾ ਹੈ, ਮਾਤ ਭਾਸ਼ਾ ਹੈ, ਉਹ ਇੱਕ ਸੰਚਾਰ ਦਾ ਸਾਧਨ ਹੈ। क्लियर है बेटा? दूसरे के विचारों को समझना होवे ते अपने विचारों को समझाना होवे, ठीक है, दूसरे दे लिखांगे दूसरे दे विचारों को समझना होवे या अपने विचारों को, ठीक है, दूसरे तक समझाना होवे तो असी वो किते भी समझा सकते हाँ, मात भाषा विच ही समझा सकते हाँ। क्लियर है? सेकंड पॉइंट संचार दा साधन। देन थर्ड है कौम दा विरसा। कौम दा विरसा। कौम दा विरसा किस लिखांगे बेटा? भाषा की कौम दा विरसा हुंदी है। भाषा की कौम दा विरसा हुंदी है। हर इलाके दी, ठीक है, हर इलाके हर प्रांत दी मात भाषा अलग हुंदी है। जे असीं गुजरात विच रहिंदे हां ते साडी मात भाषा केड़ी होनी सी? गुजराती। ठीक है, जे असीं हुण बंगाल विच रहिंदे होवांगे तां साडी मात भाषा उत्थों दे लोकां दी की होएगी? बंगाली होएगी। ठीक है, भाव कि जिहड़े प्रांत दे विच जिस इलाके दे विच असीं रहिंदे हां उत्थों दी मात भाषा जिहड़ी कि अलग हुंदी है। ठीक है, हर प्रांत दी हर इलाके दी मात भाषा की हुंदी है? अलग हुंदी है। हर इलाके हर प्रांत
ਦੀ ਮਾਤ ਭਾਸ਼ਾ ਅਲੱਗ ਹੁੰਦੀ ਹੈ। ठीक है, जे ਅਸੀਂ गुजरात ਵਿੱਚ ਰਹਿੰਦੇ ਆ, ठीक है, गुजरात ਦੇ ਇਲਾਕੇ ਦੀ ਕੀ ਹੋਏਗੀ ਭਾਸ਼ਾ गुजराती। ठीक है, तीन चार ਤੁਸੀਂ ਲਿਖ ਦੇਣੇ ਹੈ। ਤੇ ਬੰਗਾਲ ਦੀ ਬੰਗਾਲੀ। ठीक है, ਇਸੇ ਤਰ੍ਹਾਂ ਪੰਜਾਬ ਦੀ ਕੀ ਹੈ ਪੰਜਾਬੀ। ਮਤਲਬ 8th ਕਲਾਸ ਦੇ ਵਿੱਚ ਰਵਿੰਦਰਨਾਥ ਟੈਗੋਰ ਤੁਸੀਂ ਚੈਪਟਰ ਰੀਡ ਕੀਤਾ ਸੀ। ठीक है, रविंद्रनाथ टैगोर की सी बंगाली सी। ठीक है, बंगाल का रहने वाला सी, इसलिए उन्हें अपनियां जड़ियां की रचनावां बंगाली भाषा च लिखियां सी। क्यों बंगाली भाषा च लिखियां सी? क्योंकि वो समझदा सी, ठीक है, कि जे असीं मात भाषा दे विच, ठीक है, मात भाषा दे विच अपने विचारां नूं जां साहित्य लिखांगे ते लोकां नूं अच्छी तरह समझ आण। ठीक है, रविंद्रनाथ टैगोर चैप्टर रीड करता है, ਉਹਦੀ ਮਾਤ ਭਾਸ਼ਾ ਕਿਹੜੀ ਸੀ? ਬੰਗਾਲ ਦੇ ਰਹਿਣ ਵਾਲਾ ਸੀ। ਇਸ ਕਰਕੇ ਬੇਟਾ ਉਹਨੇ ਬੰਗਾਲੀ ਦੇ ਵਿੱਚ ਆਪਣੀਆਂ ਰਚਨਾਵਾਂ ਲਿਖੀਆਂ, ਲੋਕ ਗੀਤ ਲਿਖੇ। ਕਿਉਂਕਿ ਬੇਟਾ ਜਿਹੜੀ ਚੀਜ਼ ਆਪਾਂ ਮਾਤ ਭਾਸ਼ਾ ਵਿੱਚ ਲਿਖਦੇ ਆ, ਸਾਹਿਤ ਜਾਂ ਲੋਕ ਗੀਤ, ਉਹ ਲੋਕਾਂ ਨੂੰ ਅੱਛੀ ਤਰ੍ਹਾਂ ਸਮਝ ਆਉਂਦੇ ਨੇ। ਠੀਕ ਹੈ, ਇਸ ਵਿੱਚ ਕੀ ਲਿਖਾਂਗੇ? ਭਾਸ਼ਾ ਕੀ ਹੈ? ਕੌਮ ਦਾ ਵਿਰਸਾ ਹੁੰਦੀ ਹੈ। ਠੀਕ ਹੈ, ਹਰ ਇਲਾਕੇ ਦੀ, ਹਰ ਪ੍ਰਾਂਤ ਦੀ ਮਾਤ ਭਾਸ਼ਾ ਅਲੱਗ ਹੁੰਦੀ ਹੈ, ਜਿਵੇਂ ਗੁਜਰਾਤ ਦੀ ਗੁਜਰਾਤੀ, ਪੰਜਾਬ ਦੀ ਪੰਜਾਬੀ ਜਾਂ ਬੰਗਾਲ ਦੀ ਬੰਗਾਲੀ। ਤੇ ਸਾਡੀ ਜਿਹੜੀ ਭਾਸ਼ਾ ਹੈ ਉਹ ਕੀ ਹੈ? ਪੰਜਾਬੀ ਹੈ। ਠੀਕ ਹੈ, ਇਸ ਦਾ ਰਵਿੰਦਰਨਾਥ ਟੈਗੋਰ ਦੀ ਤੁਸੀਂ ਐਗਜ਼ਾਮਪਲ ਲਿਖ ਸਕਦੇ ਹੋ। ਰਵਿੰਦਰਨਾਥ ਟੈਗੋਰ ਬੰਗਾਲ ਦਾ ਰਹਿਣ ਵਾਲਾ ਸੀ, ਉਹਨੇ ਆਪਣੀਆਂ ਰਚਨਾਵਾਂ ਬੰਗਾਲੀ ਭਾਸ਼ਾ ਦੇ ਵਿੱਚ ਲਿਖੀਆਂ, ਜੋ ਕਿ ਕਾਫੀ ਪ੍ਰਸਿੱਧ ਹੋਈਆਂ। ਕਲੀਅਰ ਹੈ ਬੇਟਾ ਪੁਆਇੰਟ ਸਾਰਿਆਂ ਨੂੰ? ਸੈਕਿੰਡ ਪੁਆਇੰਟ ਕੌਮ क्लियर। थर्ड पॉइंट बेटा कौम का विरसा। यस, नेक्स्ट है फोर्थ पॉइंट, विद्या प्राप्ति का साधन। विद्या प्राप्ति का साधन। विद्या प्राप्ति का किसका साधन है? पढ़ाई का किसका साधन है? कि भाषा है विद्या, मात भाषा की होंदी है, विद्या प्राप्ति का साधन होंदी है। ठीक है, जे असी कोई भी विषा, चाहे असी साइंस पढ़ रहे हैं, SST पढ़ रहे हैं, मैथ पढ़ रहे हैं, कुछ कोई भी विषा पढ़ रहे हैं, जे सानू उस विषय दे विच कोई भी गल समझ नहीं आती, ठीक है, जे ओही गल, ठीक है, बच्चियां नू मात भाषा भी समझाई जाए तो वो गल उन्हां नू अच्छे तरीके नाल समझ आ जाती है ते हमेशा लई याद भी रहिंदी है। इसलिए मात भाषा की है बेटा विद्या प्राप्ति का जिहड़ा की है साधन है, ते गलतियां दी उम्मीद भी घट हुंदी है। ठीक है, ते गलतियां दी उम्मीद भी घट हुंदी है। इस गल नूं वड्डे वड्डे मनोविग्यानी, ठीक है, इस गल नूं वड्डे वड्डे मनोविग्यानी भी साबित कर चुके हैं। जे असीं बच्चियां नूं, ठीक है, जे असीं बच्चियां नूं कोई औखा विशा या कोई औखी गल जिहड़ी समझ नहीं आ रही, ਉਹੀ ਚੀਜ਼ ਅਸੀਂ ਉਹਨਾਂ ਦੀ ਮਾਤ ਭਾਸ਼ਾ ਵਿੱਚ ਸਮਝਾਈਏ ਤਾਂ ਉਹ ਗੱਲ ਬੱਚਿਆਂ ਨੂੰ ਅੱਛੀ ਤਰ੍ਹਾਂ ਨਾਲ ਸਮਝ ਆ ਜਾਂਦੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮਾਤ ਭਾਸ਼ਾ ਹੈ ਉਹ ਜਿਹੜੀ ਕਿ ਵਿਦਿਆ ਪ੍ਰਾਪਤੀ ਦਾ ਸਾਧਨ ਹੈ। ਕਲੀਅਰ ਬੇਟਾ? ਲਿਖ ਲੋਗੇ ਨਾ ਪੁਆਇੰਟ, ਵਿਦਿਆ ਪ੍ਰਾਪਤੀ ਦਾ ਸਾਧਨ। ਨੈਕਸਟ ਪੁਆਇੰਟ ਹੈ ਬੇਟਾ ਹਾਵ ਭਾਵ ਦਾ ਪ੍ਰਗਟਾਵਾ। ਨੈਕਸਟ ਹੈ ਹਾਵ ਭਾਵ ਦਾ ਪ੍ਰਗਟਾਵਾ। हाँ भाव फीलिंग्स, हाँ भाव की है फीलिंग्स, ਜਿਹੜੀਆਂ ਸਾਡੀਆਂ ਫੀਲਿੰਗਸ ਹੁੰਦੀਆਂ ਸਾਡੇ ਦਿਲ ਦੇ ਵਿੱਚ, ਠੀਕ ਹੈ, ਜੋ ਗੱਲ ਹੈ ਜਾਂ ਆਪਣੇ ਅਸੀਂ ਵਿਚਾਰ, ਆਪਣੀਆਂ ਫੀਲਿੰਗ, ਜਾਂ ਅਸੀਂ ਦੂਸਰੇ ਨੂੰ ਕੋਈ ਗੱਲ ਕਹਿਣੀ ਹੈ, ਠੀਕ ਹੈ, ਜੇ ਉਹੀ ਗੱਲ ਅਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਕਹਾਂਗੇ ਤਾਂ ਉਹ ਗੱਲ ਉਸਨੂੰ ਅੱਛੀ ਤਰ੍ਹਾਂ ਨਾਲ ਸਮਝ ਆ ਜਾਵੇਗੀ। ਠੀਕ ਹੈ, ਜੇ ਅਸੀਂ ਉਹੀ ਗੱਲ ਜਿਹੜੀ ਕਿ ਅਸੀਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਚਾਹੁੰਦੇ ਹਾਂ ਜਾਂ ਦੱਸਣਾ ਚਾਹੁੰਦੇ ਹਾਂ, ਠੀਕ ਹੈ, ਤਾਂ ਕਿ ਸਾਡੀ ਮੁਸ਼ਕਲ ਦਾ ਹੱਲ ਹੋ ਸਕੇ, ਤੇ ਉਹੀ ਗੱਲ ਜੇ ਅਸੀਂ ਬੇਟਾ ਆਪਣੀ ਮਾਤ ਭਾਸ਼ਾ ਦੇ ਵਿੱਚ ਸਮਝਾਵਾਂਗੇ ਤਾਂ ਉਹ ਗੱਲ ਜਿਹੜੀ ਕਿ ਦੂਸਰੇ ਨੂੰ ਵੀ ਜਿਹੜੀ ਕਿ ਜਲਦੀ ਸਮਝ ਆ ਜਾਵੇਗੀ। ਕਲੀਅਰ ਬੇਟਾ? ਹਾਵ ਭਾਵ ਦਾ ਸਾਰਾ। ਨੈਕਸਟ ਪੁਆਇੰਟ ਹੈ ਅੱਜ ਦੀ ਸਥਿਤੀ। ਮਾਤ ਭਾਸ਼ਾ ਪੰਜਾਬੀ ਅੱਜ ਦੀ ਸਥਿਤੀ। कल बेटा असी कविता रीड की सी मैं पंजाबी,
फिरोजदीन शब्द लिखी हुई उस कविता दे विच भी कवि ने बेटा यस गुरशान बेटा सुनाओगे बेटा हाव भाव भाव किहड़ियां हाव भाव साडियां फीलिंग्स हुंदियां साडे दिल दे विच किहड़ी गल है दिल दे विच ਜਿਹੜੇ ਵਿਚਾਰ ਹੈ ਠੀਕ ਹੈ ਅਸੀਂ ਜੇ ਕੋਈ ਗੱਲ ਦੂਸਰੇ ਨੂੰ ਸਮਝਾਣੀ ਹੋਵੇ ਉਹੀ ਗੱਲ ਜੇ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਸਮਝਾਵਾਂਗੇ ਜੇ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਸਮਝਾਵਾਂਗੇ ਦੂਸਰੇ ਨੂੰ ਗੱਲ ਸਮਝ ਵੀ ਆਏਗੀ ਠੀਕ ਹੈ ਜਿਵੇਂ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਆ ਮੁਸੀਬਤ ਦੇ ਵਿੱਚ ਆ ਠੀਕ ਹੈ ਜੇ ਅਸੀਂ ਉਸ ਮੁਸੀਬਤ ਦਾ ਹੱਲ ਲੱਭਣਾ ਚਾਹੁੰਦੇ ਆ ਜਿਵੇਂ ਅਸੀਂ ਮਦਰ ਨੂੰ ਕੋਈ ਗੱਲ ਕਹਿਣੀ ਹੋਵੇ ਆਪਣੀ ਮਾਂ ਨੂੰ ਠੀਕ ਹੈ ਆਪਣੀਆਂ ਫੀਲਿੰਗਸ ਜੇ ਅਸੀਂ ਮਾਂ ਬੋਲੀ ਪੰਜਾਬੀ ਜੇ ਤੁਸੀਂ ਅੰਗਰੇਜ਼ੀ ਵੀ ਸਮਝਾਓਗੇ ਜਾਂ ਗੁਜਰਾਤੀ ਜਾਂ ਕੋਈ ਹੋਰ ਭਾਸ਼ਾ ਜਿਹੜੀ ਤੁਹਾਨੂੰ ਆਉਂਦੀ ਹੈ ठीक है पर वो तुसी अच्छी तरीके नाल उस भाषा विच नहीं समझा पाओगे जिस मात भाषा जिन्ने अच्छे तरीके नाल अपनी मां बोली पंजाबी नु समझा पाओगे हुण तुसी चाहे स्टेज ते एक्टिविटीज होंदी है कोई भी एक्टिविटी हो रही है ठीक है जे वही एक्टिविटी तुहाडी मात भाषा पंजाबी दे विच हुंदी है तुसी वो फटाफट अच्छे तरीके नाल ठीक है वो समझा सकदे हो अपनी गल नु पर जे दूसरी भाषा भी समझानी पवे तां वो गल तुसी अपने हाव भाव नु दूसरी भाषा दे विच इन्ने वधिया तरीके नाल नहीं समझा पांदे जिन्नी की वधिया तरीके नाल अपनी मां बोली पंजाबी नु समझा सकदे हो भाव की अपनियां फीलिंग्स नु अपने हाव भाव नु ਅਸੀਂ अपनी मात भाषा विच अच्छे तरीके नाल समझा सकते हैं क्लियर है बेटा गुरशान यस नेक्स्ट पॉइंट है मात भाषा पंजाबी आज दी स्थिति कल बेटा ਅਸੀਂ कविता रीड ਕੀਤੀ ਸੀ मैं पंजाबी फिरोजदीन शब्द ठीक है उस कविता दे विच कवि ने ठीक है अपने विचार दसे सी कि वो मां बोली पंजाबी नु बहुत ज्यादा प्यार करता है क्योंकि बोली बड़ी मिठी है बड़ी प्यारी है उसनु पंजाबी सभ्याचार नाल बहुत ज्यादा मोह है लगाव है ते भाई वीर सिंह ने बुल्ले शाह बहुत सारे कवियां ने कवितावां साहित्य मां बोली पंजाबी विच लिखिया ते प्रसिद्धि हासिल की ठीक है पर बड़े ये दुख की गल है कि ਅੱਜ ਦੇ ਨੌਜਵਾਨ ਠੀਕ ਹੈ ਪੰਜਾਬੀ ਭਾਸ਼ਾ ਬੋਲਣ ਨੂੰ ਸ਼ਰਮ ਮਹਿਸੂਸ ਕਰਦੇ ਹਨ ਸੰਕੋਚ ਕਰਦੇ ਹਨ ਠੀਕ ਹੈ ਉਹ ਸੋਚਦੇ ਹਨ ਜੇ ਅਸੀਂ ਮਾਂ ਬੋਲੀ ਪੰਜਾਬੀ ਦੇ ਦੂਸਰੇ ਸਾਹਮਣੇ ਗੱਲ ਕਰਾਂਗੇ ਤੇ ਉਹ ਸਾਨੂੰ ਨੀਵਾਂ ਸਮਝੇਗਾ ਠੀਕ ਹੈ ਸਾਡੀ ਬੇਇੱਜ਼ਤੀ ਹੋਵੇਗੀ ਸਾਨੂੰ ਨੀਵਾਂ ਪਰ ਜੇ ਉਹੀ ਗੱਲ ਦੂਸਰੀ ਭਾਸ਼ਾ 'ਚ ਕਵਾਂਗੇ ਤਾਂ ਅਸੀਂ ਉਹਨਾਂ ਦੀ ਬੜੀ ਇੱਜ਼ਤ ਹੋਏਗੀ ਠੀਕ ਹੈ ਜੋ ਕਿ ਗਲਤ ਗੱਲ ਹੈ ਬੇਟਾ ਠੀਕ ਹੈ ਜੇ ਅਸੀਂ अपनी मात भाषा का असी सत्कार नहीं करांगे पंजाब विच रहने वाले लोग सत्कार नहीं करेंगे तो होर सत्कार कौन करेगा इसलिए नौजवानों को चाहिए है कि चाहे वो दूसरियां भाषावां उन्होंने सीखनियां चाहिए अंग्रेजी हिंदी फारसी बाकी भाषावां भी सीखो बहुत अच्छी गल है ठीक है सीखनियां भी चाहिए पर ਇਹਦਾ मतलब ਇਹ नहीं कि तुसी अपनी मां बोली पंजाबी ਨੂੰ भुल जाओ ਉਹਦਾ सत्कार ना करो ਉਹਦੀ इज्जत ना करो ठीक है इसलिए सानू मात भाषा बोली का सत्कार करना चाहिए जे असी सत्कार करांगे ते बाकी लोग दूसरे देश विदेश में रहने वाले लोग भी साडी मां बोली का सत्कार करनगे इज्जत करनगे ठीक है आज की स्थिति में की लिखोगे पहला बैक लिख दोगे आप कल कविता पढ़ी ना उहदे बारे लिख दोगे बहुत सारे कवियां ने मां बोली पंजाबी दे विच रचनावां लिखियां जिवें बुल्ले शाह भाई वीर सिंह फिरोजदीन शर्फ ने ठीक है जिस करके उन्होंने बहुत ज्यादा प्रसिद्धि हुई उन्होंने मान मिलिया और फिरोजदीन शर्फ ने कहा कि अपनी मां बोली ना बड़ा प्यार करते हैं क्योंकि मां बोली बड़ी मिठी ते बड़ी प्यारी बोली है वो पंजाबी सभ्याचार नाल बहुत ज्यादा लगाव है पर एक बड़े दुख की गल है कि अज दे नौजवान अपनी मां बोली जिहड़ा सत्कार नहीं करते वो पंजाबी भाषा बोलण नूं ठीक है जिहड़ा पंजाबी भाषा बोलण नूं नीवां महसूस करदे अपने आप नूं कहंदे कि जे वो पंजाबी भाषा का प्रयोग करनगे तो नीवे हो जाएंगे ठीक है भाव कि उन्होंने कोई इज्जत नहीं करेगा इसलिए बेटा सानू जिहड़ी कि बोली है गुरुआं दी बोली है आपां विद्या प्राप्ति का स्थान है सोच के देखो जे सानू कोई गल नहीं समझ आती तो असीं मात भाषा पंजाबी दे भी अच्छी तरह समझ सकते हैं इसलिए सानू अपनी बोली अपने सभ्याचार का सत्कार करना चाहिए है दूसरियां भाषावां भी सीखनियां बहुत अच्छी गल है ठीक है सीखो पर ਇਹਦਾ मतलब ਇਹ नहीं कि ਅਸੀਂ अपनी मां बोली पंजाबी ਨੂੰ ही विसा दिए दिलों भुला दिए क्लियर है बेटा सबनों ਇਹ पॉइंट मात भाषा पंजाबी आज दी स्थिति क्लियर है यस बेटा नेक्स्ट पॉइंट है लास्ट सारांश कंक्लूजन 7 पॉइंट ठीक है सारांश बेटा जरूर लिखना है लास्ट पॉइंट है सारांश सारांश की लिखांगे बेटा सानू अपनी मात भाषा पंजाबी ठीक है सानू अपनी मात भाषा पंजाबी नूं
कदे भी भुलाना नहीं चाहिए, क्योंकि ये भाषा बड़ी ही मिठी ते प्यारी भाषा है। जे बेटा ਅਸੀਂ अपनी मां बोली में भूल जावांगे ਤਾਂ समझो ਅਸੀਂ अपनी पहचान ही गवा ਦਿੱਤੀ ਕਿ ਜੇ ਅਸੀਂ अपनी मां बोली पंजाबी ਨੂੰ ही भूल जावांगे ਤਾਂ समझो ਅਸੀਂ अपनी पहचान ही गवा ਦਿੱਤੀ। अपनी पहचान ही गवा दी। ठीक है, इसलिए सानू अपनी जिहड़ी कि मात भाषा पंजाबी का सत्कार करना चाहिए है। जे असीं मात भाषा पंजाबी का सत्कार करांगे तां ही जिहड़े कि दूसरे लोग सत्कार करनगे। ठीक है, दूसरियां भाषावां भी सीखो पर अपनी मात भाषा पंजाबी का आदर सत्कार करो। कोटेशन लिखो बेटा, एक मां बोली घर तां मां नाल ही सोहना लगदा है, घर तां मां नाल ही सोहना लगदा है, जे मासी होवे तां होर भी फबदा है। ਇਹਦਾ मतलब ਕੀ है, ਇਹਦਾ ਕੀ मीनिंग है? घर का मां नाल ही सोहना लगदा है, ਇਹਦਾ मतलब ਕੀ ਕਿ ਸਾਡਾ ਪੰਜਾਬ ਤਾਂ ਹੀ ਸੋਹਣਾ ਲੱਗੇਗਾ ਜੇ ਅਸੀਂ ਪੰਜਾਬੀ ਭਾਸ਼ਾ ਦਾ ਆਦਰ ਸਤਿਕਾਰ ਕਰਾਂਗੇ, ਮਾਣ ਕਰਾਂਗੇ, ਇੱਜ਼ਤ ਕਰਾਂਗੇ, ਪੰਜਾਬੀ ਭਾਸ਼ਾ ਬੋਲਾਂਗੇ। ਠੀਕ ਹੈ, ਤੇ ਦੂਸਰਿਆਂ ਨੂੰ ਵੀ ਇਸ ਦਾ ਆਦਰ ਸਤਿਕਾਰ ਕਰਨ ਲਈ ਕਹਾਂਗੇ। ਜੇ ਮਾਸੀ ਹੋਵੇ ਤਾਂ ਹੋਰ ਵੀ ਹੁੰਦਾ, ਮਾਸੀ मतलब दूसरियां भाषावां। ठीक है, मासी का की मतलब है दूसरियां भाषावां, भाव कि जे ਅਸੀਂ ਦੂਸਰੀਆਂ ਭਾਸ਼ਾਵਾਂ ਵੀ ਸਿੱਖ ਲਾਂਗੇ, ਠੀਕ ਹੈ, ਅੰਗਰੇਜ਼ੀ, ਉਰਦੂ, ਫਾਰਸੀ, ਤਾਂ ਹੋਰ ਵੀ ਬਹੁਤ ਜ਼ਿਆਦਾ ਚੰਗਾ ਹੋਵੇਗਾ। ਠੀਕ ਹੈ, ਭਾਵ ਕਿ ਆਪਣੀ ਭਾਸ਼ਾ ਦਾ ਵੀ ਸਤਿਕਾਰ ਕਰੋ ਤੇ ਦੂਸਰੀਆਂ ਭਾਸ਼ਾਵਾਂ ਵੀ ਸਿੱਖੋ ਤੇ ਸਾਡੀ ਇੱਜ਼ਤ ਮਾਨ ਹੋਰ ਵੀ ਜ਼ਿਆਦਾ ਵਧੇਗੀ। क्लियर है बेटा सब ਨੂੰ ऐसे? ठीक है, अगर कोई भी पॉइंट नहीं क्लियर देन प्लीज रेज योर हैंड। क्लियर है सारे ਨੂੰ? क्लियर है? यस, शॉर्ट फॉर्म च कौन सुनाएगा मैं फटाफट? यस बेटा, पॉइंट। यस, एनीवन रेज योर हैंड बेटा। गुरशान सिर्फ, अंशिया, अंशिया अनम्यूट योरसेल्फ बेटा। हाँ बेटा। मां बोली थोड़ी मिठी थोड़ी कड़वी, लफ्जां जो ਜਿਹੀ ਹੋਵੇ। ਮੇਰੇ ਮੇਰੀ ਬੋਲੀ ਪੰਜਾਬੀ ਹਰ ਲਹਿਜ ਨੂੰ ਦਿਲ ਵਿੱਚ ਸਮੋਵੇ। ਜਾਣ ਪਛਾਣ ਮਨੁੱਖ ਲਈ ਆਪਣੀ ਮਾਤ ਭਾਸ਼ਾ ਬਹੁਤ ਹੀ ਮਹੱਤਵਦਾਰ ਹੁੰਦੀ ਹੈ। ਪੰਜਾਬੀ ਮੇਰੀ ਮਾਤ ਭਾਸ਼ਾ ਹੈ, ਥੋੜੀ ਮਿੱਠੀ ਹੈ ਤੇ ਪਿਆਰੀ ਹੈ। ਬਚਪਨ ਵਿੱਚ ਬੱਚੇ ਨੂੰ ਮਾਤ ਭਾਸ਼ਾ ਹੀ ਸਭ ਤੋਂ ਪਹਿਲਾਂ ਸਿਖਾਈ ਜਾਂਦੀ ਹੈ, ਕਿਉਂਕਿ ਮਾਤ ਭਾਸ਼ਾ ਹੀ ਬੱਚਿਆਂ ਦੀ ਪਛਾਣ ਹੁੰਦੀ ਹੈ, ਸੰਚਾਰ ਦਾ ਸਾਧਨ। ਮਾਤ ਭਾਸ਼ਾ ਸੰਚਾਰ ਦਾ ਸਾਧਨ ਕਰਨ ਲਈ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਅਗਰ ਕਿਸੇ ਨੂੰ ਅਸੀਂ ਦੂਸਰਿਆਂ ਦੇ ਵਿਚਾਰਾਂ ਨੂੰ ਸਮਝਣਾ ਹੋਵੇ ਤਾਂ ਸਾਨੂੰ ਉਸ ਦੀ ਮਾਤ ਭਾਸ਼ਾ ਵੀ ਜਾਣਨੀ ਉਸ ਦੀ ਮਾਤ ਭਾਸ਼ਾ ਦੇ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਦੂਸਰੇ ਨੂੰ ਆਪਣੀ ਮਾਤ ਭਾਸ਼ਾ ਵਿੱਚ ਦੱਸਣਾ ਹੋਵੇ ਤਾਂ ਅਸੀਂ ਅਗਰ ਉਸ ਦੀ ਮਾਤ ਭਾਸ਼ਾ ਵਿੱਚ ਉਹਨੂੰ ਦੱਸਾਂਗੇ ਤਾਂ ਉਸ ਨੂੰ ਵੀ ਬਹੁਤ ਆਸਾਨੀ ਹੋਵੇਗੀ। ਕੌਮ ਦਾ ਵਿਰਸਾ, ਹਰ ਇਲਾਕੇ ਵਿੱਚ ਹਰ ਪ੍ਰਾਂਤ ਦੀ ਭਾਸ਼ਾ ਅਲੱਗ-ਅਲੱਗ ਹੁੰਦੀ ਹੈ, ਜਿੱਦਾਂ ਕਿ ਗੁਜਰਾਤ ਦੀ ਗੁਜਰਾਤੀ, ਬੰਗਾਲੀ। ਵੈਰੀ ਗੁੱਡ। ਭਾਸ਼ਾ ਕੌਮ ਦੇ ਵਿਰਸੇ ਨੂੰ ਦਰਸਾਉਂਦੀ ਹੈ, ਜਿੱਦਾਂ ਕਿ ਬਹੁਤ ਹੀ ਮਹਾਨ ਸ਼ਖਸੀਅਤ ਰਵਿੰਦਰਨਾਥ ਟੈਗੋਰ ਜੀ ਬੰਗਾਲ ਦੇ ਰਹਿਣ ਵਾਲੇ ਸੀ, ਇਸ ਕਰਕੇ ਉਹਨਾਂ ਨੇ ਕਈ ਸਾਰੀਆਂ ਕਵਿਤਾਵਾਂ ਆਪਣੀ ਮਾਤ ਭਾਸ਼ਾ ਬੰਗਾਲੀ ਵਿੱਚ ਹੀ ਲਿਖੀਆਂ ਸੀ ਅਤੇ ਉਹਨਾਂ ਦੀ ਮਾਤ ਭਾਸ਼ਾ ਕਰਕੇ ਹੀ ਪ੍ਰਸਿੱਧ ਹੋਈਆਂ ਹਨ। ਵਿਦਿਆ ਪ੍ਰਾਪਤੀ ਦਾ ਸਾਧਨ, ਵਿਦਿਆ ਪ੍ਰਾਪਤੀ Yes, sorry, very good, Prashant.
यस बेटा ਜੇ ਅਸੀਂ ਕੋਈ ਵੀ ਵਿਸ਼ਾ ਪੜ੍ਹ ਰਹੇ ਹਾਂ ਤਾਂ ਕੁਝ ਸਮਝ ਨਾ ਆਏ ਉਹੀ ਚੀਜ਼ ਜੇ ਸਾਡੀ ਮਾਤ ਭਾਸ਼ਾ ਵਿੱਚ ਸਿਖਾਈ ਜਾਏ ਤਾਂ ਸਾਨੂੰ वेरी गुड ਜਲਦੀ ਸਮਝ ਆ ਜਾਂਦੀ ਹੈ। ਇਸ ਵਿੱਚ ਗਲਤੀਆਂ ਦੀ ਉਮੀਦ ਵੀ ਬਹੁਤ ਘੱਟ ਹੁੰਦੀ ਹੈ। यस ਵੱਡੇ ਵੱਡੇ ਨੌਜਵਾਨਾਂ ਨੇ ਕਿਹਾ ਹੈ ਕਿ ਇਹ ਭਾਸ਼ਾ ਸਾਡੇ ਨਾਲ ਉਮਰ ਭਰ ਲਈ ਰਹਿੰਦੀ ਹੈ ਤੇ ਸਾਨੂੰ ਹਮੇਸ਼ਾ ਸਾਥ ਦਿੰਦੀ ਹੈ। ਹਾਵ ਭਾਵ ਦਾ ਪ੍ਰਗਟਾਵਾ ਸਾਡੇ ਦਿਲ ਵਿੱਚ ਜੋ ਗੱਲ ਹੈ ਕਿਸੇ ਨੂੰ ਸਮਝਾਣੀ ਹੋਵੇ ਤਾਂ ਅਸੀਂ ਆਪਣੀ ਪੰਜਾਬੀ ਭਾਸ਼ਾ ਵਿੱਚ ਆਸਾਨੀ ਨਾਲ ਉਹਨਾਂ ਨੂੰ ਦੱਸ ਸਕਦੇ ਹਾਂ। ਉਹੀ ਗੱਲ ਹੋਰ ਭਾਸ਼ਾ ਵਿੱਚ ਕਿਸੇ ਨੂੰ ਨਹੀਂ ਸਮਝ ਆਉਂਦੀ ਤੇ ਸਾਡੀ ਪੰਜਾਬੀ ਭਾਸ਼ਾ ਵਿੱਚ ਉਹ ਸਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਤੇ ਸਾਡੇ ਨਾਲ ਸਾਥ ਦਿੰਦੇ ਹਨ। ਮਾਤ ਭਾਸ਼ਾ ਪੰਜਾਬੀ ਅੱਜ ਦੀ ਸਥਿਤੀ। ਮਾਤ ਭਾਸ਼ਾ ਪੰਜਾਬੀ ਅੱਜ ਦੀ ਸਥਿਤੀ। ਮੈਂ ਪੰਜਾਬੀ ਕਵਿਤਾ ਵਿੱਚ ਕਵੀ ਪੰਜਾਬੀ ਨਾਲ ਬਹੁਤ ਪਿਆਰ ਕਰਦਾ ਹੈ। ਕਵੀ ਜਿਵੇਂ ਕਿ ਬਹੁਤ ਸਾਰੇ ਕਵੀ ਜਿਵੇਂ ਕਿ ਵਾਰਿਸ ਤੇ ਬੁੱਲੇ ਉਹਨਾਂ ਨੇ ਪੰਜਾਬੀ ਵਿੱਚ ਬਹੁਤ ਸਾਰੀ ਕਵਿਤਾਵਾਂ ਲਿਖੀਆਂ ਜੋ ਕਿ ਬਹੁਤ ਪ੍ਰਸਿੱਧ ਹੋਈਆਂ। ਸਾਨੂੰ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕੀ ਦੇਸ਼ ਵਿਦੇਸ਼ ਦੇ ਲੋਕ ਵੀ ਪੰਜਾਬੀ ਦਾ ਸਤਿਕਾਰ ਕਰਨ। ਪੰਜਾਬੀ ਭਾਸ਼ਾ ਬੋਲਣ ਸਮੇਂ ਸਾਨੂੰ ਬਿਲਕੁਲ ਵੀ ਸ਼ਰਮ ਨਹੀਂ ਕਰਨੀ ਚਾਹੀਦੀ। वेरी गुड ਸਾਰੰਸ਼ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਜੇ ਆਪਾਂ ਪੰਜਾਬੀ ਨੂੰ ਵੀ ਭੁੱਲ ਜਾਵਾਂਗੇ ਤਾਂ ਸਮਝ ਜਾਣਾ ਕਿ ਆਪਾਂ ਆਪਣੀ ਪਹਿਚਾਨ ਹੀ ਗਵਾ ਦੇਵਾਂਗੇ। वेरी गुड ਘਰ ਤਾਂ ਮਾਂ ਨਾਲ ਹੀ ਸੋਹਣਾ ਲੱਗਦਾ ਹੈ ਜੇ ਮਾਸੀ ਹੋਵੇ ਤਾਂ ਹੋਰ ਵੀ ਵੱਧਦਾ ਹੈ। वेरी गुड गुशान जियान जानवी एंड जिया वेरी गुड बेटा। बेटा बुक ते लिखने ओके बेटा ते कल बेटा ਅਸੀਂ 20ਵੀं वाला टॉपिक करांगे। ओके बेटा बाय बाय बेटा।